गल बड़ी ज़बरदस्त। मैं कहना दी कमाल, रोंटे खड़े हो जाए भाई बाबा जी कमाल दे। इमाम अबू हनीफा रहमतुल्लाह अलैह, इमाम आज़म, और एड्डे छोटी शख्सियत नहीं। तुसीं जाओ ना मस्जिद नबवी दे विच जिथे नाम लिखी जे ना साहबा कराम दे, उत्थे इन्हां दा भी ताबियां दे विच नाम लिखी जिया है। एड्डी वड्डी शख्सियत। इन्हां दी ना वालद फौत हो गए, माम अबू हनीफा रहमतुल्लाह। जदों वालद फौत होए ना तो 3 कुछ दिन आप गम दे विच रह ते घरों बाहर निकले ना ते विचे ही सड़े होंदे ने, विचे ही लड़न वाले होंदे ने, विचे ही मुखालफीन होंदे ने, विचे ही सारे कुछ होंदे ने। बड़ी बड़ी मैं हुण पढ़दा पिया सा ना नबियां नूं कतल कीता लोगां ने, छोटी गल नहीं भी नबियां नूं कतल कीता लोगां ने। सानू तो तकलीफां ही कोई ना। मौलवी नूं थोड़ी दो चार गल्लां कर दे गुस्सा कर जांदा मौलवी, आंदा तेरी ऐसी तैसी, तू मैनूं गल करन वाला कौन होंदा। जदों मैं इमाम अबू हनीफा रहमतुल्लाह अलैह दी गल पढ़ी ना तो बाबा मैं कहना भी मेरे ना रोंटे खड़े हो गए। आप ना 3 कुछ दिनों बाद जदों बाहर निकले ना तो ਉਹ ਜਿਹੜਾ ਆਪ ਦੀ ਮੁਖਾਲਫਤ ਕਰਨ ਵਾਲਾ ਬੰਦਾ ਸੀ ਨਾ, ਉਹ ਕਹਿਣ ਲੱਗਿਆ, ਬੰਦਿਆਂ ਵੱਲੇ ਵੀ ਕੈਮਰਾ ਮਾਰਦੇ, ਇਹਨਾਂ ਨੂੰ ਵੀ ਸਮਝ ਆਵੇ। ਹਾਂ, ਇਹਨਾਂ ਵੱਲੇ ਮਾਰ ਕੇ ਤੇ ਇਹਨਾਂ ਨੂੰ ਗੱਲ, ਇਹਨਾਂ ਰੌਂਟੇ ਖੜੇ ਹੋਣ ਵੀ ਮੌਲਵੀਆਂ ਦੀ ਜਿਹੜੀ ਮੁਖਾਲਫਤ ਹੈ, ਜਾਂ ਕਿਸੇ ਆਲਮ ਦੀਨ ਦੀ ਮੁਖਾਲਫਤ ਹੈ, ਉਹ ਬੰਦੇ ਨੂੰ ਲੈ ਡੁਬਾਉਂਦੀ ਹੈ, ਬੰਦਾ ਮਰ ਜਾਂਦਾ ਹੈ। ਇਹ ਬਸ ਨਾ ਚੰਦ ਦਿਨ ਦੀ ਜ਼ਿੰਦਗੀ ਦੇ ਵਿੱਚ ਉਹ ਬੰਦਾ ਬੜੇ ਪਰੇਸ਼ਾਨ ਹੋ। ਅੱਛਾ, ਉਹ ਨਾ ਮਾਮ ਸਾਹਿਬ ਨੂੰ ਕਹਿਣ ਲੱਗਿਆ ਜੀ ਆਪਦੀ ਨਾ ਮਾਂ ਦਾ ਨਿਕਾਹ ਮੇਰੇ ਨਾਲ ਕਰ ਦੇ। ਮਾਮ ਅਬੂ ਹਨੀਫਾ ਰਹਿਮਤੁल्लाह अलैह ਦੇ ਹਾਲੇ 3 ਦਿਨ ਪਿਓ ਨੂੰ ਫੌਤ ਹੋਏ ਨੂੰ, ਬਾਪ ਨੂੰ ਫੌਤ ਹੋਏ ਨੂੰ। ਤੇ ਇਹ ਕੋਈ ਬੰਦਾ ਇਹ ਕਹਿ ਦੇਵੇ ਕਿਸੇ ਆਮ ਬੰਦੇ ਨੂੰ ਬਈ ਤੂੰ ਆਪਦੀ ਦੂਸਰਾ ਨਾ ਮਾਂ ਦਾ ਨਿਕਾਹ ਮੇਰੇ ਨਾਲ ਕਰ ਦੇ, ਤੇ ਉਹ ਬੰਦਾ ਵੱਢ ਨਾ ਦੇਵੇ ਬਈ ਇਸ ਬੰਦੇ ਨੇ ਮੇਰੇ ਨਾਲ ਇਹਨੇ ਗੱਲ ਕਿਵੇਂ ਕੀਤੀ। ਮੇਰਾ ਤਾਂ ਹਾਲੇ ਪਿਓ ਨੂੰ ਫੌਤ 3 ਦਿਨ ਹੋਏ ਨੇ। ਸਬਰ ਤਹਮਲ ਵੇਖੋ ਇਮਾਮ ਸਾਹਿਬ ਦਾ, ਸਬਰ ਤੇ ਤਹਮਲ ਵੇਖੋ। ਆਪ ਝਟ ਕੋ ਚੁੱਪ ਰਹਿ। ਮੁਰੀਦਾਂ ਨੇ ਕਿਹਾ ਵੀ ਇਹਨੂੰ ਅਸੀਂ ਨਾ ਖੜਕਾਣੇ ਆ। ਜਿਵੇਂ ਕੋਈ ਮੈਨੂੰ ਗੱਲ ਕਰੇ ਤੇ ਤੈਨੂੰ ਜੈਸ਼ ਆ ਜਾਂਦਾ ਹੈ, ਮੈਂ 2-4 ਸੱਟ ਹੀ ਦਿਆਂ। ਉਹ ਵਿੱਚ ਇਹ ਆਸ਼ਕ ਇਵੇਂ ਹੁੰਦੇ ਨੇ ਬੰਦੇ ਚਾਹਵਣ ਵਾਲੇ। ਅੱਛਾ, ਇਮਾਮ ਸਾਹਿਬ ਚੁੱਪ ਰਹੇ ਤੇ ਚੁੱਪ ਰਹਿਣ ਤੋਂ ਬਾਅਦ ਨਾ ਆਪ ਨੇ ਫਰਮਾਇਆ ਵੀ ਮੇਰੀ ਮਾਂ ਦੀ ਜਦੋਂ ਇੱਜ਼ਤ ਪੂਰੀ ਹੋ ਜਾਏਗੀ ਨਾ ਤੇ ਫਿਰ ਮੈਂ ਆਪਦੀ ਮਾਂ ਕੋਲ ਪੁੱਛਾਂਗਾ। ਦਿਲ 'ਚ ਗੱਲਾਂ ਇਸ ਵਾਸਤੇ ਕਿਸੇ ਦਾ ਕੌਲ ਹੈ ਨਾ, ਤੀਰਾਂ ਦੇ ਜ਼ਖਮ ਜਿਹੜੇ ਨਾ ਉਹ ਭਰ ਜਾਂਦੇ ਨੇ ਤੇ ਜ਼ੁਬਾਨ ਦੇ ਨਾਲ ਆਇਆ ਹੋਇਆ ਜ਼ਖਮ ਕਦੀ ਨਹੀਂ ਭਰਦਾ। ਉਹ ਸਾਰੀ ਜ਼ਿੰਦਗੀ ਯਾਦ ਰਹਿੰਦਾ ਵੀ ਇਸ ਬੰਦੇ ਨੇ ਮੈਨੂੰ ਗੱਲ ਕੀ ਕੀਤੀ। ਇਮਾਮ ਸਾਹਿਬ ਉਸ ਚੌਕ ਤੋਂ ਅਗਲੇ ਚੌਕ 'ਚ ਗਏ ਤੇ ਉਹ ਬੰਦਾ ਡਿੱਗਿਆ ਤੇ ਮਰ ਗਿਆ। ਮਰ ਗਿਆ ਤੇ ਜਦੋਂ ਮਰਿਆ ਤੇ ਉਹ ਕਿਸੇ ਨੇ ਕਿਹਾ ਜੀ ਬੰਦਾ ਮਰ ਗਿਆ ਤੇ ਤੁਸੀਂ ਉਹਨਾਂ ਨੂੰ ਆਖਿਆ ਵੀ ਕੁਝ ਨਹੀਂ। ਫਰਮਾਇਆ ਵੀ ਮੇਰੀ ਜਿਹੜੀ ਰੱਸੀ ਨਾ ਉਹ ਮੇਰੇ ਮਾਲਕ ਦੇ ਹੱਥ 'ਚ, ਮੈਂ ਉਹਨੂੰ ਕੀ ਆਖ ਸਕਦਾ। ਜ਼ਿੰਦਗੀ ਮੌਤ ਦਾ ਦੇਵਨ ਵਾਲਾ ਅੱਲਾ ਹੈ ਤੇ ਇਸ ਵਾਸਤੇ ਮੇਰੇ ਚੁੱਪ ਰਹਿਣ ਨਾਲ ਮੇਰੇ ਬਦਲਾ, ਮੇਰੇ ਮਾਮਲਾਤ ਮੇਰੇ ਰੱਬ ਦੇ ਸਪੁਰਦ ਸਨ। ਤੇ ਕਿਤੇ ਚੁੱਪ ਸਬਰ ਕਰੇ ਤੇ ਮੋਤੀ ਮਿਲ ਸਨ। ਇਸ ਤਰੀਕੇ ਦਾ ਸ਼ੇਰ ਹੈਗਾ ਨਾ ਬਈ ਚੁੱਪ ਰਹਿ ਸੇ ਤਾਂ ਮੋਤੀ ਮਿਲ ਸਨ, ਸਬਰ ਕਰੇ ਤਾਂ ਹੀਰੇ, ਪਾਗਲਾ ਵਾਂਗੋ ਰੋਲਾ ਪਾਵੇ ਨਾ ਮੋਤੀ ਨਾ ਹੀਰੇ। ਠੀਕ ਹੈ ਨਾ। ਬੜੀ ਬੜੀ ਜਗ੍ਹਾ ਤੇ ਬਰਦਾਸ਼ਤ ਕਰਨਾ ਪੈਂਦਾ, ਬੜੀ ਬੜੀ ਜਗ੍ਹਾ ਤੇ ਚੁੱਪ ਰਹਿਣਾ ਪੈਂਦਾ। ਇਹ ਚੀਜ਼ਾਂ ਉਹ ਨੇ ਜਿਹੜੀਆਂ ਹਿਲਾ ਕੇ ਰੱਖ ਦਿੰਦੀਆਂ ਨੇ। ਜ਼ਬਾਨ ਦੇ ਨਾਲ ਕੋਈ ਲਫ਼ਜ਼ ਨਿਕਲਿਆ ਉਹ ਬੰਦੇ ਨੂੰ ਅੰਦਰ ਸਰਾਖ ਕਰ ਜਾਂਦਾ। ਤੇ ਇਮਾਮ ਸਾਹਿਬ ਚੁੱਪ ਰਹੇ ਤੇ ਅੱਲਾਹ ਤਾਲਾ ਨੇ
ਇਸ ਤਰੀਕੇ ਨਾਲ ਬਹੁਤ ਸਾਰੇ ਵਾਕਿਆਤ ਮਿਲਦੇ ਨੇ, ਬਹੁਤ ਸਾਰੀ ਸੀ। ਅਗਰ ਕੋਈ ਤਕਲੀਫ ਦੇ ਰਿਹਾ, ਕੋਈ ਤੁਹਾਨੂੰ ਦੁੱਖ ਦੇ ਰਿਹਾ, ਕੋਈ ਅਜ਼ੀਅਤ ਦੇ ਰਿਹਾ, ਕੋਈ ਪਰੇਸ਼ਾਨੀ ਦੇ ਰਿਹਾ, ਤੁਸੀਂ ਨਾ ਅੱਲਾ ਦੇ ਸਪੁਰਦ ਕਰ ਦਿਓ। ਇਸ ਗੱਲੋਂ ਕਹਿੰਦੇ ਨੇ ਮਜ਼ਲੂਮ ਦੀ ਆਹ ਤੋਂ ਵੀ ਬਚੋ, ਅਰਸ਼ ਨੂੰ ਹਿਲਾ ਦਿੰਦੀ ਹੈ। ਬਾਜ਼ ਦਫਾ ਸਾਡਾ ਚੁੱਪ ਰਹਿਣਾ, ਉਹਦਾ ਬਦਲਾ ਅੱਲਾਹ ਤਾਲਾ ਖੁਦ ਲੈਂਦਾ ਹੈ। ਤੇ ਇਸ ਵਾਸਤੇ ਕਿਸੇ ਨੂੰ ਕੋਈ ਬੰਦਾ ਗੱਲ ਵੀ ਕੋਈ ਵੀ ਕਰੇ ਨਾ, ਤੇ ਉਹਨੂੰ ਅੱਲਾਹ ਤੇਰਾ ਭਲਾ ਕਰੇ। ਇਮਾਮ ਸ਼ਾਫੀ ਦਾ ਪੜਿਆ ਹੋਣਾ ਵਾਕਿਆ। ਇਮਾਮ ਸ਼ਾਫੀ ਜਦੋਂ ਪੈਦਾ ਹੋਏ ਨਾ, ਤੇ ਸੰਨ ਤਕਰੀਬਨ 150 ਦੀ, ਤੇ ਉਹਨਾਂ ਦਾ ਜਦੋਂ ਹੋਸ਼ ਸੰਭਾਲਿਆ ਨਾ, ਤੇ ਜੀ ਜੀ ਇਮਾਮ ਮਾਲਿਕ ਨੂੰ ਪੁੱਛਦੇ ਨੇ ਵੀ ਇਮਾਮ ਅਬੂ ਹਨੀਫਾ ਦਾ ਕੋਈ ਵਾਕਿਆ ਸੁਣਾ ਮੈਨੂੰ। ਉਹਨੇ ਸ਼ੁਹਰਤ ਬੜੀ ਹੈ।